Kanchan Outlook. ਸ਼ਲੋਕ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ। ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਪ੍ਰਭੂ ਦਾ ਨਾ ਕੋਈ ਰੂਪ ਹੈ, ਨਾ ਕੋਈ ਚਿਹਨ ਚੱਕਰ ਹੈ, ਨਾ ਕੋਈ ਰੇਖ ਹੈ, ਤੇ ਨਾ ਹੀ ਉਹਨਾਂ ਦਾ ਕੋਈ ਰੰਗ ਹੈ। ਪ੍ਰਭੂ ਮਾਇਆ ਦੇ ਤਿੰਨਾਂ ਹੀ ਗੁਣਾਂ ਤੋਂ ਬੇਦਾਗ ਹੈ। ਮਾਇਆ ਦੇ ਤਿੰਨ ਗੁਣ ਪ੍ਰਭੂ ਦੇ ਉੱਪਰ ਆਪਣਾ ਅਸਰ ਨਹੀਂ ਕਰ ਪਾਉਂਦੇ, ਲੇਕਿਨ ਇਹ ਸੰਦੇਸ਼, ਇਹ ਸੱਚਾਈ ਉਸ ਮਨੁੱਖ ਦੀ ਹੀ ਸਮਝ ਵਿੱਚ ਆਉਂਦੀ ਹੈ। ਉਹ ਹੀ ਮਨੁੱਖ ਇਸ ਸੱਚਾਈ ਨੂੰ, ਇਸ ਭੇਦ ਨੂੰ ਸਮਝਦਾ ਹੈ, ਜਿਸ ਦੇ ਉੱਪਰ ਪ੍ਰਮਾਤਮਾ ਖੁਦ ਪ੍ਰਸੰਨ ਹੁੰਦਾ ਹੈ। ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ। ਅਬਿਨਾਸ਼ੀ ਪ੍ਰਭ ਮਨ ਮਹਿ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ। ਜੇ ਆਪਣੇ ਮਨ ਦੇ ਵਿੱਚ ਕਿਸੇ ਨਾਲ ਪ੍ਰੀਤ ਪਾਉਣੀ ਹੈ, ਆਪਣੇ ਮਨ ਦੇ ਵਿੱਚ ਕਿਸੇ ਨੂੰ ਵਸਾਉਣਾ ਹੈ, ਤਾਂ ਕਦੇ ਵੀ ਨਾਸ ਨਾ ਹੋਣ ਵਾਲੇ ਉਸ ਪ੍ਰਮਾਤਮਾ ਨੂੰ ਵਸਾ। ਮਨੁੱਖ ਦਾ ਮੋਹ ਛੱਡ ਦੇ, ਮਨੁੱਖ ਦਾ ਮੋਹ ਤਿਆਗ ਦੇ। ਅਸੀਂ ਇਨਸਾਨ ਹਾਂ, ਇਸ ਜਗਤ ਦੇ ਵਿੱਚ ਰਹਿੰਦੇ ਹਾਂ। ਸਾਡਾ ਬਹੁਤ ਸਾਰੇ ਇਨਸਾਨਾਂ ਦੇ ਨਾਲ ਵਾਹ ਪੈਂਦਾ ਹੈ, ਬਹੁਤ ਸਾਰੇ ਹੋਰ ਜੀਵਾਂ ਦੇ ਨਾਲ ਵੀ ਵਾਹ ਪੈਂਦਾ ਹੈ। ਇੱਕ ਗੱਲ ਚੇਤੇ ਦੇ ਵਿੱਚ ਰੱਖੀਏ, ਭਾਵੇਂ ਉਹ ਇਨਸਾਨ ਹੈ, ਭਾਵੇਂ ਉਹ ਕੋਈ ਜੀਵ ਹੈ, ਤੇ ਬੇਸ਼ੱਕ ਕੋਈ ਬਨਸਪਤੀ ਹੈ, ਪਰਮਾਤਮਾ ਸਭਨਾਂ ਦੇ ਵਿੱਚ ਮੌਜੂਦ ਹੈ। ਜੇਕਰ ਅਸੀਂ ਪ੍ਰੇਮ ਕਰਨਾ ਹੈ ਤਾਂ ਜੀਵ ਦੇ ਅੰਦਰ ਵਸਦੇ ਹੋਏ ਉਸ ਪਰਮਾਤਮਾ ਨੂੰ ਕਰੀਏ ਜੋ ਕਦੇ ਨਾਸ ਨਹੀਂ ਹੁੰਦਾ। ਜੀਵ ਦੀ ਦੇਹ ਨੂੰ ਪਿਆਰ ਨਾ ਕਰੀਏ ਜਿਹੜੀ ਕਿ ਨਾਸ਼ਵੰਤ ਹੈ, ਜਿਹਨੇ ਇੱਕ ਦਿਨ ਖਤਮ ਹੋ ਜਾਣਾ ਹੈ। ਉਹਦੇ ਅੰਦਰ ਵਸਦੇ ਪਰਮਾਤਮਾ ਨੂੰ ਪ੍ਰੇਮ ਕਰੀਏ। ਇਸ ਪ੍ਰਕਾਰ ਅਸੀਂ ਕਿਸੇ ਨਾਲ ਭੇਦ ਭਾਵ ਵੀ ਨਹੀਂ ਕਰਾਂਗੇ, ਕਿਉਂਕਿ ਪਰਮਾਤਮਾ ਤੇ ਸਭਨਾਂ ਦੇ ਵਿੱਚ ਇੱਕੋ ਜਿਹਾ ਹੀ ਹੈ। ਉਹ ਤੇ ਸਭਨਾਂ ਦੇ ਵਿੱਚ ਬਰਾਬਰ ਹੀ ਹੈ। ਫਿਰ ਭਾਵੇਂ ਕੋਈ ਛੋਟੇ ਕੱਦ ਦਾ ਹੋਵੇ, ਵੱਡੇ ਦਾ ਹੋਵੇ, ਗੋਰਾ ਹੋਵੇ, ਕਾਲਾ ਹੋਵੇ, ਸਾਨੂੰ ਸਭ ਇੱਕ ਬਰਾਬਰ ਹੀ ਦਿਸਣਗੇ। ਤੇ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਸਭਨਾਂ ਨੂੰ ਇੱਕ ਜਿਹਾ ਸਮਝਿਆ ਜਾਵੇ, ਕੋਈ ਵੀ ਭੇਦ ਭਾਵ ਨਾ ਹੋਵੇ। 500-550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਜੋ ਸੰਦੇਸ਼ ਦਿੱਤਾ ਸੀ, ਉਹ ਅੱਜ ਵੀ ਬਹੁਤ ਮਹੱਤਵ ਰੱਖਦਾ ਹੈ, ਬਲਕਿ ਅੱਜ ਦੇ ਜ਼ਮਾਨੇ ਵਿੱਚ ਸ਼ਾਇਦ ਉਹਦੀ ਜ਼ਿਆਦਾ ਜ਼ਰੂਰਤ ਹੈ, ਤਾਂ ਕਿ ਸਾਰੇ ਹੀ ਜੀਵ ਪਿਆਰ ਸਹਿਤ ਇਸ ਸੰਸਾਰ ਦੇ ਵਿੱਚ ਵਿਚਰ ਸਕਣ। ਅੱਗੇ ਚੱਲਦੇ ਹਾਂ। ਤਿਸਤੇ ਪਰੈ ਨਾਹੀ ਕਿਛ ਕੋਈ, ਸਰਬ ਨਿਰੰਤਰ ਇੱਕੋ ਸੋਈ। ਜਿਵੇਂ ਆਪਾਂ ਹੁਣੇ ਕਹਿ ਕੇ ਹਟੇ ਹਾਂ ਕਿ ਉਹ ਪ੍ਰਮਾਤਮਾ ਇੱਕ ਸਾਰ ਸਾਰੇ ਜੀਵਾਂ ਦੇ ਅੰਦਰ ਮੌਜੂਦ ਹੈ, ਸਰਬ ਨਿਰੰਤਰ ਇੱਕੋ ਸੋਈ। ਤਿਸਤੇ ਪਰੈ ਨਾਹੀ ਕਿਛ ਕੋਈ, ਉਸ ਤੋਂ ਬਾਹਰ ਕੋਈ ਵੀ ਜੀਵ ਨਹੀਂ ਹੈ, ਕੋਈ ਵੀ ਚੀਜ਼ ਨਹੀਂ ਹੈ। ਆਪੇ ਬੀਨਾ ਆਪੇ ਦਾਨਾ। ਪ੍ਰਮਾਤਮਾ ਖੁਦ ਹੀ ਸਾਰੇ ਜੀਵਾਂ ਦੇ ਦਿਲ ਦੀਆਂ ਗੱਲਾਂ ਨੂੰ ਪਛਾਣਨ ਵਾਲਾ ਵੀ ਹੈ ਤੇ ਸਮਝਣ ਵਾਲਾ ਵੀ ਹੈ। ਬੀਨਾ ਤੋਂ ਭਾਵ ਪਛਾਣਨ ਵਾਲਾ, ਦਾਨਾ ਤੋਂ ਭਾਵ ਸਮਝਣ ਵਾਲਾ। ਗਹਿਰ ਗੰਭੀਰ ਗਹੀਰ ਸੁਜਾਨਾ। ਉਹ ਪ੍ਰਮਾਤਮਾ ਬੜਾ ਹੀ ਗੰਭੀਰ ਹੈ, ਡੂੰਘਾ ਹੈ ਤੇ ਸਿਆਣਾ ਹੈ। ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ। ਇਹਨਾਂ ਸਾਰੇ ਹੀ ਸ਼ਬਦਾਂ ਦੇ ਨਾਲ ਉਸ ਪ੍ਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ। ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕੈ ਮਨ ਇਹ ਅਨਰਾਓ। ਅਨਰਾਓ ਤੋਂ ਭਾਵ ਤਾਂਘ। ਨਾਨਕ ਦੇ ਮਨ ਵਿੱਚ ਇਹ ਤਾਂਘ ਹੈ। ਨਾਨਕ ਕੈ ਮਨ ਇਹ ਅਨਰਾਓ, ਕਿ ਸਾਧ ਤੇਰੇ ਕੀ ਚਰਨੀ ਪਾਓ, ਕਿ ਮੈਂ ਤੇਰੇ ਸਾਧਾਂ ਦੀ ਚਰਨੀ ਪਵਾਂ। ਹੇ ਦਇਆ ਦੇ ਖਜ਼ਾਨੇ, ਦਇਆ ਦੇ ਘਰ, ਬਖਸ਼ਣਹਾਰ, ਜੀਵਾਂ ਦੇ ਪਾਲਕ, ਸਭ ਦੇ ਵੱਡੇ ਮਾਲਕ ਪਾਰ ਬ੍ਰਹਮ ਪ੍ਰਭੂ। ਮਨਸ਼ਾ ਪੂਰਨ ਸ਼ਰਨਾ ਜੋਗ, ਜੋ ਕਰ ਪਾਇਆ ਸੋਈ ਹੋਗ। ਪ੍ਰਭੂ ਜੀਵਾਂ ਦੇ ਮਨ ਦੇ ਫੁਰਨੇ
ਪੂਰੇ ਕਰਨ ਅਤੇ ਆਪਣੀ ਸ਼ਰਨ ਦੇ ਵਿੱਚ ਆਇਆਂ ਦੀ ਸਹਾਇਤਾ ਕਰਨ ਦੇ ਯੋਗ ਹੈ, ਸਮਰੱਥ ਹੈ। ਜੀਵਾਂ ਦੇ ਹੱਥਾਂ ਦੇ ਉੱਪਰ ਜੋ ਉਸ ਪਰਮਾਤਮਾ ਨੇ ਲਿਖ ਦਿੱਤਾ ਉਹੀ ਹੁੰਦਾ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਨੇਤਰ ਫੋਰ ਤੋਂ ਭਾਵ ਅੱਖ ਫਰਕਣ ਜਿੰਨਾ ਸਮਾਂ। ਜਿਸ ਪ੍ਰਭੂ ਦਾ ਅੱਖ ਫਰਕਣ ਜਿੰਨਾ ਸਮਾਂ ਕਾਫੀ ਹੈ ਇਸ ਜਗਤ ਨੂੰ ਬਣਾਉਣ ਅਤੇ ਨਸ਼ਟ ਕਰਨ ਦੇ ਲਈ, ਹਰਨ ਜਾਂ ਭਰਨ ਦੇ ਲਈ। ਹਰਨ ਤੋਂ ਭਾਵ ਨਾਸ਼ ਕਰਨਾ ਤੇ ਭਰਨ ਤੋਂ ਭਾਵ ਪਾਲਣਾ ਕਰਨੀ। ਜਿਸ ਪ੍ਰਭੂ ਦਾ ਅੱਖ ਫਰਕਣ ਦਾ ਸਮਾਂ ਇਸ ਜਗਤ ਤੇ ਹਰਨ ਜਾਂ ਭਰਨ ਦੇ ਲਈ ਕਾਫੀ ਹੈ, ਉਹਦਾ ਗੁੱਜਾ ਭੇਤ ਹੋਰ ਕੋਈ ਜੀਵ ਨਹੀਂ ਜਾਣਦਾ। ਤਿਸ ਕਾ ਮੰਤਰ ਨਾ ਜਾਣੈ ਹੋਰ। ਆਨੰਦ ਰੂਪ ਮੰਗਲ ਸਦ ਜਾਕੈ, ਸਰਬ ਥੋਕ ਸੁਣੀਐ ਘਰ ਤਾਕੈ। ਸਰਬ ਥੋਕ ਤੋਂ ਭਾਵ ਦੁਨੀਆ ਦੇ ਸਾਰੇ ਪਦਾਰਥ। ਗੁਰੂ ਜੀ ਕਹਿੰਦੇ ਸਰਬ ਥੋਕ ਸੁਣੀਐ ਘਰ ਤਾਕੈ, ਕਿ ਦੁਨੀਆ ਦੇ ਸਾਰੇ ਪਦਾਰਥ ਉਸ ਪਰਮਾਤਮਾ ਦੇ ਘਰ ਦੇ ਵਿੱਚ ਮੌਜੂਦ ਸੁਣੀਦੇ ਹਨ। ਉਹਦੇ ਘਰ ਵਿੱਚ ਆਨੰਦ ਅਤੇ ਖੁਸ਼ੀਆਂ ਹਨ ਸਦਾ ਹੀ। ਰਾਜ ਮਹਿ ਰਾਜ, ਜੋਗ ਮਹਿ ਜੋਗੀ, ਤਪ ਮਹਿ ਤਪੀਸ਼ੁਰ, ਗ੍ਰਹਿਸਤ ਮਹਿ ਭੋਗੀ। ਵੱਡੇ ਵੱਡੇ ਰਾਜਿਆਂ ਦੇ ਵਿੱਚੋਂ ਵੱਡਾ ਰਾਜਾ ਹੈ ਪ੍ਰਮਾਤਮਾ। ਵੱਡੇ ਜੋਗੀਆਂ ਦੇ ਵਿੱਚੋਂ ਵੱਡਾ ਜੋਗੀ ਹੈ ਪ੍ਰਮਾਤਮਾ। ਵੱਡੇ ਵੱਡੇ ਤਪੀਆਂ ਦੇ ਵਿੱਚੋਂ ਵੱਡਾ ਤਪੀ ਹੈ ਪ੍ਰਮਾਤਮਾ। ਤੇ ਵੱਡੇ ਵੱਡੇ ਗ੍ਰਹਿਸਤੀਆਂ ਦੇ ਵਿੱਚੋਂ ਵੀ ਵੱਡਾ ਗ੍ਰਹਿਸਤੀ ਹੈ ਪ੍ਰਮਾਤਮਾ। ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਉਸ ਪਰਮਾਤਮਾ ਨੂੰ ਸਿਮਰ ਕੇ ਉਹਦੇ ਭਗਤ ਸੁੱਖ ਦੀ ਪ੍ਰਾਪਤੀ ਤਾਂ ਕਰ ਲੈਂਦੇ ਹਨ, ਪਰ ਉਸ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ। ਜਾਂ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਅਵਗਾਹੇ। ਅਵਗਾਹੇ ਤੋਂ ਭਾਵ ਖੋਜ ਖੋਜ ਕੇ, ਤੇ ਹਾਰੇ ਤੋਂ ਭਾਵ ਥੱਕ ਜਾਣਾ। ਪ੍ਰਭੂ ਦੀ ਜਗਤ ਰੂਪ ਇਸ ਲੀਲਾ ਦਾ, ਇਸ ਖੇਡ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਇਹਦੀ ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਜਿਵੇਂ ਇੱਕ ਘਰ ਹੁੰਦਾ ਹੈ ਜਾਂ ਇੱਕ ਘਰ ਦੇ ਅੰਦਰ ਇੱਕ ਕਮਰਾ ਹੁੰਦਾ ਹੈ, ਉਹਦੀ ਗਿਣਤੀ ਮਿਣਤੀ ਹੁੰਦੀ ਹੈ। ਅਸੀਂ ਉਹਦੇ ਇੱਕ ਕੋਨੇ ਤੋਂ ਉਹਦੇ ਦੂਜੇ ਕੋਨੇ ਤੱਕ ਜਾ ਸਕਦੇ ਹਾਂ ਤੇ ਸਾਨੂੰ ਸਮਝ ਆਉਂਦੀ ਹੈ ਕਿ ਇੱਥੇ ਇਹ ਸਮਾਪਤ ਹੋ ਗਿਆ, ਇਸ ਤੋਂ ਅੱਗੇ ਕੋਈ ਦੂਜਾ ਘਰ ਚੱਲੇਗਾ ਜਾਂ ਦੂਜਾ ਕਮਰਾ ਚੱਲੇਗਾ। ਪਰ ਇਹ ਜੋ ਜਗਤ ਹੈ, ਜਗਤ ਤੋਂ ਭਾਵ ਸਿਰਫ ਧਰਤੀ ਨਹੀਂ, ਪੂਰਾ ਜੋ ਬ੍ਰਹਿਮੰਡ ਹੈ, ਇਹਦਾ ਕੋਈ ਉਰਲਾ ਪਰਲਾ ਬੰਨਾ ਹੈ ਹੀ ਨਹੀਂ। ਜੇ ਹੈ ਵੀ ਤੇ ਉਹ ਇੰਨੀ ਦੂਰ ਹੈ ਕਿ ਮਨੁੱਖ ਹਜੇ ਤੱਕ ਉੱਥੇ ਨਹੀਂ ਪਹੁੰਚ ਪਾਇਆ, ਤੇ ਕਦੇ ਪਹੁੰਚ ਵੀ ਪਾਊਗਾ ਇਹਦੇ ਆਸਾਰ ਬਹੁਤ ਘੱਟ ਨੇ। ਜਿਸ ਗਲੈਕਸੀ ਦੇ ਵਿੱਚ ਅਸੀਂ ਰਹਿੰਦੇ ਹਾਂ, ਜਿਸ ਗਲੈਕਸੀ ਦੇ ਵਿੱਚ ਸਾਡਾ ਸੂਰਜ ਮੰਡਲ ਹੈ, ਉਹਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੇ ਤੱਕ ਜਾਣ ਦੇ ਲਈ ਇਹ ਵਿਗਿਆਨ ਦਾ ਅੰਦਾਜ਼ਾ ਹੈ ਕਿ ਜੇਕਰ ਅਸੀਂ 17 ਕਿਲੋਮੀਟਰ ਪਰ ਸੈਕਿੰਡ, ਯਾਨੀ ਇੱਕ ਸਕਿੰਟ ਦੇ ਵਿੱਚ 17 ਕਿਲੋਮੀਟਰ ਦੇ ਸਪੀਡ ਦੇ ਨਾਲ ਚੱਲੀਏ ਤਾਂ 1 ਅਰਬ 70 ਕਰੋੜ ਸਾਲ ਲੱਗ ਜਾਣਗੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਜਾਣ ਦੇ ਲਈ। ਤੇ ਜੇ ਅਸੀਂ ਲਾਈਟ ਦੀ ਸਪੀਡ ਤੇ ਵੀ ਚੱਲੀਏ, ਜਿੰਨੀ ਸਪੀਡ ਦੇ ਨਾਲ ਪ੍ਰਕਾਸ਼ ਚੱਲਦਾ ਹੈ, ਤੇ ਉਹ ਸਪੀਡ ਕਰੀਬ 3 ਲੱਖ ਕਿਲੋਮੀਟਰ ਪਰ ਸੈਕਿੰਡ ਹੈ। ਉਸ ਸਪੀਡ ਤੇ ਵੀ ਚੱਲੀਏ ਤਾਂ ਵੀ 1 ਲੱਖ ਸਾਲ ਦੇ ਕਰੀਬ ਸਮਾਂ ਲੱਗ ਜਾਏਗਾ ਮਿਲਕੀ ਵੇ ਗਲੈਕਸੀ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਜਾਣ ਲਈ। ਇੰਨੀ ਵਿਸ਼ਾਲ ਤੇ ਸਿਰਫ ਮਿਲਕੀ ਵੇ ਗਲੈਕਸੀ ਹੈ, ਤੇ ਉਹਦੇ ਵਰਗੀਆਂ ਹੋਰ ਪਤਾ ਨਹੀਂ ਕਿੰਨੀਆਂ ਕੁ ਗਲੈਕਸੀਆਂ ਨੇ। ਸੋ ਅਸੀਂ ਆਸਾਨੀ ਦੇ ਨਾਲ ਕਹਿ ਸਕਦੇ ਹਾਂ ਕਿ ਮਨੁੱਖ ਪਰਮਾਤਮਾ ਵੱਲੋਂ ਰਚੀ ਗਈ ਇਸ ਜਗਤ ਰਚਨਾ ਦੇ ਉਰਲੇ ਵਰਲੇ ਪੰਨੇ ਨਹੀਂ ਲੱਭ ਸਕਦਾ, ਇਹਦੀ ਕੋਈ ਗਿਣਤੀ ਮਿਣਤੀ ਨਹੀਂ ਕਰ ਸਕਦਾ। ਜੇਕਰ ਪਰਮਾਤਮਾ ਸਰੀਰਕ ਰੂਪ ਦੇ ਵਿੱਚ ਵੀ ਕਿਤੇ ਮੌਜੂਦ ਹੈ ਤਾਂ ਇੰਨੇ ਵੱਡੇ ਬ੍ਰਹਿਮੰਡ ਦੇ ਵਿੱਚ ਕਿੱਥੇ ਹੋਏਗਾ, ਅਸੀਂ ਕਿਵੇਂ ਲੱਭ ਸਕਦੇ ਹਾਂ। ਇਸੇ ਖੋਜ ਦੇ ਵਿੱਚ ਗੁਰੂ ਜੀ ਕਹਿੰਦੇ ਕਿ ਬਹੁਤ ਸਾਰੇ ਦੇਵਤੇ ਥੱਕ ਹਾਰ ਕੇ ਬੈਠ ਗਏ। ਪਿਤਾ ਕਾ ਜਨਮ ਕੇ ਜਾਣੈ ਪੂਤ,
ਸਗਲ ਪਰੋਈ ਆਪਣਾ ਸੂਤ। ਪਿਤਾ ਦੇ ਜਨਮ ਨੂੰ ਪੁੱਤਰ ਕਿਵੇਂ ਸਮਝ ਸਕਦਾ ਹੈ, ਕਿਵੇਂ ਜਾਣ ਸਕਦਾ ਹੈ? ਉਹਨੂੰ ਕੀ ਪਤਾ ਹੈ ਕਿ ਪਿਤਾ ਦਾ ਜਨਮ ਕਿੱਥੇ ਕਿਵੇਂ ਹੋਇਆ? ਉਹ ਵੇਖ ਨਹੀਂ ਸਕਦਾ। ਉਹਨੂੰ ਦੱਸਿਆ ਜਾ ਸਕਦਾ ਹੈ, ਉਹ ਆਪਣੇ ਮਨ ਦੇ ਵਿੱਚ ਕੋਈ ਤਸਵੀਰ ਬਣਾ ਸਕਦਾ ਹੈ, ਪਰ ਉਸ ਵਰਤਾਰੇ ਨੂੰ ਸਮਝ ਨਹੀਂ ਸਕਦਾ। ਸੋ ਉਸੇ ਪ੍ਰਕਾਰ ਹੀ ਅਸੀਂ ਅੰਦਾਜ਼ੇ ਲਾ ਸਕਦੇ ਹਾਂ, ਆਪਣੇ ਮਨ ਦੇ ਵਿੱਚ ਤਸਵੀਰਾਂ ਬਣਾ ਸਕਦੇ ਹਾਂ। ਪਰਮਾਤਮਾ ਦੇ ਜਨਮ ਨੂੰ ਅਸੀਂ ਸਮਝ ਨਹੀਂ ਸਕਦੇ। ਜਿਵੇਂ ਧਾਗੇ ਦੇ ਵਿੱਚ ਮਣਕੇ ਪਰੋ ਕੇ ਤੇ ਮਾਲਾ ਬਣ ਜਾਂਦੀ ਹੈ, ਉਸੇ ਪ੍ਰਕਾਰ ਹੀ ਪਰਮਾਤਮਾ ਨੇ ਸਾਰੀ ਹੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਰੂਪ ਧਾਗੇ ਦੇ ਵਿੱਚ ਬੰਨ੍ਹਿਆ ਹੋਇਆ ਹੈ, ਪਰੋਇਆ ਹੋਇਆ ਹੈ। ਸਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ ਸੇ। ਉਹ ਮਨੁੱਖ ਪਰਮਾਤਮਾ ਦਾ ਨਾਮ ਧਿਆਉਂਦੇ ਹਨ ਜਿਨ੍ਹਾਂ ਨੂੰ ਸੋਹਣੀ ਉੱਚੀ ਮੱਤ, ਸੋਹਣਾ ਗਿਆਨ, ਸੁਰਤ ਜੋੜਨ ਦੀ ਦਾਤ ਉਹ ਪਰਮਾਤਮਾ ਬਖਸ਼ਦਾ ਹੈ। ਤੇ ਦੂਜੇ ਪਾਸੇ ਤਿਹ ਗੁਣ ਮੈਂ ਜਾਕੋ ਭਰਮਾਏ, ਜਨਮ ਮਰੈ ਫਿਰ ਆਵੈ ਜਾਏ। ਦੂਜੇ ਪਾਸੇ ਜਿਨ੍ਹਾਂ ਨੂੰ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਪਰਮਾਤਮਾ ਭਵਾਉਂਦਾ ਹੈ, ਉਹ ਜੰਮਦੇ ਮਰਦੇ ਰਹਿੰਦੇ ਹਨ, ਮੁੜ ਮੁੜ ਜਗਤ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ। ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ। ਬੇਸ਼ੱਕ ਸੋਹਣੀ ਮੱਤ ਵਾਲਾ ਇਨਸਾਨ ਹੈ, ਉੱਚੀ ਮੱਤ ਵਾਲਾ ਗਿਆਨਵਾਨ ਜੀਵ ਹੈ, ਤੇ ਬੇਸ਼ੱਕ ਮਾਇਆ ਦੇ ਗੁਣਾਂ ਵਿੱਚ ਭੋਇਆ ਹੋਇਆ ਜੀਵ ਹੈ। ਭਾਵੇਂ ਉੱਚਾ ਹੈ ਭਾਵੇਂ ਨੀਵਾਂ ਹੈ, ਦੋਹਾਂ ਦੇ ਵਿੱਚ ਵੀ ਪਰਮਾਤਮਾ ਦਾ ਨਿਵਾਸ ਹੈ। ਊਚ ਨੀਚ ਤਿਸਕੇ ਅਸਥਾਨ। ਊਚ ਵੀ ਉਹਦੀ ਹੈ ਤੇ ਨੀਚ ਵੀ ਉਹਦੀ ਹੈ। ਜਿਹੋ ਜਿਹੀ ਬੁੱਧੀ, ਜਿਹੋ ਜਿਹੀ ਮੱਤ ਉਹ ਪਰਮਾਤਮਾ ਕਿਸੇ ਜੀਵ ਨੂੰ ਦਿੰਦਾ ਹੈ, ਉਹੋ ਜਿਹੀ ਹੀ ਬੁੱਧੀ, ਉਹੋ ਜਿਹੀ ਹੀ ਮੱਤ ਉਸ ਜੀਵ ਨੂੰ ਮਿਲਦੀ ਹੈ। ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਖ ਕਰੈ ਇੱਕ ਰੰਗ। ਨਾਨਾ ਤੋਂ ਭਾਵ ਕਈ ਕਿਸਮ ਦੇ। ਉਸ ਪਰਮਾਤਮਾ ਦੇ ਕਈ ਕਿਸਮ ਦੇ ਰੂਪ ਹਨ, ਕਈ ਕਿਸਮ ਦੇ ਰੰਗ ਹਨ, ਕਈ ਭੇਖ ਉਹ ਧਾਰਦਾ ਹੈ, ਪਰ ਫਿਰ ਵੀ ਰਹਿੰਦਾ ਇੱਕ ਹੀ ਹੈ ਜਾਂ ਇੱਕੋ ਤਰ੍ਹਾਂ ਦਾ ਹੈ। ਨਾਨਾ ਵਿਧ ਕੀਨੋ ਵਿਸਥਾਰ, ਪ੍ਰਭ ਅਵਿਨਾਸ਼ੀ ਏਕੰਕਾਰ। ਕਈ ਕਿਸਮਾਂ ਦੇ ਨਾਲ, ਕਈ ਤਰੀਕਿਆਂ ਦੇ ਨਾਲ ਉਸ ਪਰਮਾਤਮਾ ਨੇ ਇਸ ਜਗਤ ਦਾ ਪਸਾਰਾ ਕੀਤਾ ਹੈ। ਉਹ ਪ੍ਰਭੂ ਨਾਸ ਰਹਿਤ ਹੈ, ਸਭ ਥਾਈਂ ਆਪ ਹੀ ਆਪ ਹੈ, ਇੱਕ ਹੈ। ਨਾਨਾ ਚਲਿਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਈ। ਇੱਕ ਪਲ ਦੇ ਵਿੱਚ ਪਰਮਾਤਮਾ ਕਈ ਤਰ੍ਹਾਂ ਦੇ ਚਲਿਤ ਕਰਦਾ ਹੈ, ਕਈ ਤਰ੍ਹਾਂ ਦੇ ਕੌਤਕ, ਕਈ ਤਰ੍ਹਾਂ ਦੇ ਤਮਾਸ਼ੇ ਸਾਨੂੰ ਵਿਖਾ ਦਿੰਦਾ ਹੈ। ਖੁਦ ਉਹ ਪੂਰਨ ਹੈ, ਪੂਰਨ ਹੀ ਰਹਿੰਦਾ ਹੈ ਅਤੇ ਸਭ ਥਾਈਂ ਵਿਆਪਕ ਹੈ। ਨਾਨਾ ਵਿਧ ਕਰ ਬੰਤ ਬਨਾਈ, ਆਪਣੀ ਕੀਮਤ ਆਪੇ ਪਾਈ। ਜਗਤ ਦੀ ਰਚਨਾ ਵੀ ਪ੍ਰਭੂ ਨੇ ਕਈ ਤਰੀਕਿਆਂ ਦੇ ਨਾਲ ਰਚੀ ਹੈ, ਆਪਣੀ ਵਡਿਆਈ ਦਾ ਮੁੱਲ ਉਹ ਆਪ ਹੀ ਜਾਣਦਾ ਹੈ। ਸਭ ਘਟ ਤਿਸਕੇ, ਸਭ ਤਿਸਕੇ ਠਾਓ। ਸਾਰੇ ਸਰੀਰ ਵੀ ਉਸ ਪਰਮਾਤਮਾ ਦੇ ਹਨ ਤੇ ਸਾਰੀਆਂ ਥਾਵਾਂ ਵੀ ਉਸ ਪਰਮਾਤਮਾ ਦੀਆਂ ਹੀ ਹਨ। ਜਪ ਜਪ ਜੀਵੈ ਨਾਨਕ ਹਰਿ ਨਾਉ। ਹੇ ਨਾਨਕ, ਉਸ ਪਰਮਾਤਮਾ ਦਾ ਦਾਸ ਉਹਦਾ ਨਾਮ ਜਪ ਜਪ ਕੇ ਜਿਉਂਦਾ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਇਹਨਾਂ ਪੰਕਤੀਆਂ ਦੇ ਵਿੱਚ ਨਾਮ ਤੋਂ ਭਾਵ ਹੈ ਅਕਾਲ ਪੁਰਖ। ਨਾਮ ਕੇ ਧਾਰੇ ਤੋਂ ਭਾਵ ਅਕਾਲ ਪੁਰਖ ਦੇ ਆਸਰੇ ਸਾਰੇ ਹੀ ਜੀ ਜੰਤ, ਸਾਰੇ ਹੀ ਖੰਡ ਬ੍ਰਹਿਮੰਡ ਉਸ ਅਕਾਲ ਪੁਰਖ ਦੇ ਆਸਰੇ ਹਨ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਨਨ ਗਿਆਨ ਧਿਆਨ। ਵੇਦ ਪੁਰਾਨ ਸਮਿਰਤੀਆਂ ਸਾਰੇ ਹੀ ਪ੍ਰਭੂ ਦੇ ਆਸਰੇ ਹਨ। ਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤ ਜੋੜਨੀ ਵੀ ਅਕਾਲ ਪੁਰਖ ਦੇ ਆਸਰੇ ਹੀ ਹੈ। ਨਾਮ ਕੇ ਧਾਰੇ ਆਗਾਸ਼ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ। ਸਾਰੇ ਹੀ ਸਰੀਰ, ਸਾਰੇ ਹੀ ਆਕਾਸ਼ ਤੇ ਪਾਤਾਲ ਉਸ ਅਕਾਲ ਪੁਰਖ ਦੇ ਆਸਰੇ ਹਨ।
ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਧਰੇ ਸੁਨ ਸ਼ਰਵਨ। ਤਿੰਨੇ ਭਵਨ ਤੇ 14 ਲੋਕ। ਹਿੰਦੂ ਮਤ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ 3 ਭਵਨ ਹਨ, 14 ਲੋਕ ਹਨ। ਇਹ ਸਾਰੇ ਹੀ ਅਕਾਲ ਪੁਰਖ ਦੇ ਟਿਕਾਏ ਹੋਏ ਹਨ। ਜੀਵ ਪ੍ਰਭੂ ਵਿੱਚ ਜੁੜ ਕੇ ਆਪਣੇ ਕੰਨਾਂ ਦੇ ਰਾਹੀਂ ਉਸ ਪਰਮਾਤਮਾ ਦਾ ਨਾਮ ਸੁਣ ਕੇ ਵਿਕਾਰਾਂ ਤੋਂ ਬਚਦਾ ਹੈ। ਕਰ ਕਿਰਪਾ ਜਿਸ ਆਪਣਾ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਈ। ਜਿਸ ਜੀਵ ਦੇ ਉੱਪਰ ਮਿਹਰ ਕਰਕੇ ਪ੍ਰਮਾਤਮਾ ਆਪਣੇ ਨਾਮ ਦੇ ਵਿੱਚ ਜੋੜਦਾ ਹੈ, ਹੇ ਨਾਨਕ, ਉਹ ਮਨੁੱਖ ਚੌਥੇ ਪਦ ਨੂੰ ਹਾਸਲ ਕਰ ਲੈਂਦਾ ਹੈ। ਮਾਇਆ ਦੇ 3 ਗੁਣ ਹਨ। ਉਹਨਾਂ 3 ਗੁਣਾਂ ਤੋਂ ਉੱਪਰ ਉੱਠ ਕੇ ਚੌਥਾ ਦਰਜਾ ਉਹ ਮਨੁੱਖ ਹਾਸਲ ਕਰ ਲੈਂਦਾ ਹੈ। ਇਸ ਪਦੀ ਦੇ ਵਿੱਚ ਉਸ ਪਰਮਾਤਮਾ ਦੀ ਸਥਿਰਤਾ, ਉਹਦੀ ਅਟਲਤਾ ਦੀ ਗੱਲ ਹੋ ਰਹੀ ਹੈ। ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ। ਜਿਸ ਪ੍ਰਭੂ ਦਾ ਰੂਪ ਤੇ ਅਸਥਾਨ ਯਾਨੀ ਟਿਕਾਣਾ ਸਦਾ ਥਿਰ ਰਹਿਣ ਵਾਲੇ ਹਨ, ਸਦਾ ਕਾਇਮ ਰਹਿਣ ਵਾਲੇ ਹਨ, ਕੇਵਲ ਉਹੀ ਸਰਬ ਵਿਆਪਕ ਪ੍ਰਭੂ ਸਾਡੇ ਸਾਰੇ ਹੀ ਜੀਵਾਂ ਦੇ ਸਿਰ ਤੇ ਪ੍ਰਧਾਨ ਹੈ। ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ। ਸਦਾ ਕਾਇਮ ਰਹਿਣ ਵਾਲਾ ਪੁਰਖ ਉਹ ਪ੍ਰਮਾਤਮਾ, ਉਹ ਅਟਲ ਅਕਾਲ ਪੁਰਖ ਸਾਰੇ ਹੀ ਜੀਵਾਂ ਦੇ ਵਿੱਚ ਰਮਿਆ ਹੋਇਆ ਹੈ, ਸਾਰੇ ਹੀ ਜੀਵਾਂ ਦੇ ਵਿੱਚ ਸਮਾਇਆ ਹੋਇਆ ਹੈ। ਉਹਨਾਂ ਦੇ ਅੰਦਰ ਸਮਾ ਕੇ ਸਭਨਾਂ ਦੇ ਅੰਦਰ ਬੋਲ ਰਿਹਾ ਹੈ। ਇਸ ਲਈ ਉਹਦੀ ਕਰਤੂਤ, ਉਹਦੇ ਕੰਮ ਵੀ ਸੱਚ ਹਨ, ਸਦਾ ਕਾਇਮ ਰਹਿਣ ਵਾਲੇ ਹਨ, ਤੇ ਉਹਦੀ ਬਾਣੀ ਜੋ ਜੀਵਾਂ ਦੇ ਰਾਹੀਂ ਬੋਲੀ ਜਾ ਰਹੀ ਹੈ ਉਹ ਵੀ ਸਦਾ ਕਾਇਮ ਰਹਿਣ ਵਾਲੀ ਹੈ। ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ। ਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ, ਜੋ ਸਭ ਦਾ ਮੂਲ ਹੈ, ਸਾਰੇ ਹੀ ਜੀਵਾਂ ਦਾ ਮੁੱਢ ਹੈ, ਉਸ ਪਰਮਾਤਮਾ ਦੀ ਪਦਾਇਸ਼ ਵੀ ਮੁਕੰਮਲ ਹੈ ਤੇ ਉਹਦੀ ਬਖਸ਼ਿਸ਼ ਵੀ ਜੀਵਾਂ ਦੇ ਉੱਪਰ ਸਦਾ ਹੀ ਕਾਇਮ ਰਹਿੰਦੀ ਹੈ। ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ। ਕਰਨੀ ਤੋਂ ਭਾਵ ਹੈ ਉਸ ਪਰਮਾਤਮਾ ਦੀ ਰਜ਼ਾ। ਗੁਰੂ ਜੀ ਕਹਿੰਦੇ ਪਰਮਾਤਮਾ ਦੀ ਰਜ਼ਾ ਮਹਾ ਪਵਿੱਤਰ ਹੈ, ਨਿਰਮਲ ਨਿਰਮਲੀ ਹੈ। ਜਿਸ ਜੀਵ ਨੂੰ ਉਹ ਪਰਮਾਤਮਾ ਰਜ਼ਾ ਦੀ ਸਮਝ ਦਿੰਦਾ ਹੈ, ਉਹਦੇ ਲਈ ਉਹ ਰਜ਼ਾ ਪੂਰਨ ਤੌਰ 'ਤੇ ਸੁਖਦਾਈ ਲੱਗਦੀ ਹੈ। ਜੋ ਕੁਝ ਵੀ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਵਾਪਰਦਾ ਹੈ, ਉਹਨੂੰ ਸੁਖਦਾਈ ਹੀ ਪ੍ਰਤੀਤ ਹੁੰਦਾ ਹੈ। ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਉਸ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸੁੱਖਾਂ ਦਾ ਦਾਤਾ ਹੈ, ਸੁਖਦਾਈ ਹੈ। ਹੇ ਨਾਨਕ, ਜੀਵ ਨੂੰ ਇਹ ਅਟਲ ਸਿਦਕ ਸਤਿਗੁਰੂ ਤੋਂ ਮਿਲਦਾ ਹੈ। ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼। ਗੁਰੂ ਦਾ ਉਪਦੇਸ਼ ਅਟਲ ਬਚਨ ਹਨ, ਸਦਾ ਥਿਰ ਰਹਿਣ ਵਾਲੇ, ਸਦਾ ਕਾਇਮ ਰਹਿਣ ਵਾਲੇ ਬਚਨ ਹਨ, ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਗੁਰੂ ਦੇ ਉਪਦੇਸ਼ ਦਾ ਪ੍ਰਵੇਸ਼ ਹੋ ਜਾਂਦਾ ਹੈ। ਜਾ ਕੈ ਹਿਰਦੈ ਪ੍ਰਵੇਸ਼। ਸਤ ਤੇ ਜਨ, ਉਹ ਜਨ, ਉਹ ਮਨੁੱਖ ਵੀ ਅਟਲ ਹੋ ਜਾਂਦੇ ਹਨ, ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ। ਜਨਮ ਮਰਨ ਕੀ ਹੈ? ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ, ਇਹਦੇ ਬਾਰੇ ਅਸੀਂ ਇੱਕ ਵੀਡੀਓ ਕੀਤੀ ਸੀ, ਜਿਸ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲੱਭ ਜਾਏਗਾ। ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤ ਤਾਕੀ ਗਤ ਹੋਏ। ਨਿਰਤ ਤੋਂ ਭਾਵ ਹੈ ਪ੍ਰੇਮ, ਪਿਆਰ। ਜੇ ਕਿਸੇ ਮਨੁੱਖ ਨੂੰ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਦੀ ਸੂਝ ਆ ਜਾਏ ਤਾਂ ਨਾਮ ਜਪ ਕੇ ਉਹ ਮਨੁੱਖ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ। ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ। ਉਹ ਪ੍ਰਮਾਤਮਾ ਆਪ ਵੀ ਸਦਾ ਕਾਇਮ ਰਹਿਣ ਵਾਲਾ ਹੈ। ਜੋ ਉਸਨੇ ਪੈਦਾ ਕੀਤਾ ਹੈ ਉਹ ਵੀ
ਸੱਚਮੁੱਚ ਹੋਂਦ ਵਾਲਾ ਹੈ। ਉਹਦੇ ਵੱਲੋਂ ਪੈਦਾ ਕੀਤਾ ਹੋਇਆ ਇਹ ਜਗਤ ਸੱਚਮੁੱਚ ਹੋਂਦ ਵਾਲਾ ਹੈ, ਇਹ ਕੋਈ ਮਿੱਥਿਆ ਨਹੀਂ ਹੈ। ਅਸੀਂ ਇਸ ਜਗਤ ਨੂੰ ਵੇਖ ਸਕਦੇ ਹਾਂ। ਆਪਣੀ ਗਤਮਿਤ, ਆਪਣੀ ਅਵਸਥਾ ਤੇ ਮਰਿਆਦਾ ਉਹ ਪਰਮਾਤਮਾ ਆਪ ਹੀ ਜਾਣਦਾ ਹੈ। ਜਿਸ ਕੀ ਸ੍ਰਿਸ਼ਟ ਸੋ ਕਰਨਾ ਹਾਰ, ਅਵਰ ਨਾ ਬੂਝ ਕਰਤ ਵਿਚਾਰ। ਜਿਸ ਪ੍ਰਭੂ ਦਾ ਇਹ ਜਗਤ ਹੈ ਉਹ ਆਪ ਹੀ ਇਸ ਨੂੰ ਬਣਾਉਣ ਵਾਲਾ ਹੈ, ਆਪ ਹੀ ਇਸ ਦੀ ਪਾਲਣਾ ਕਰਨ ਵਾਲਾ ਹੈ। ਕਿਸੇ ਹੋਰ ਨੂੰ ਇਸ ਜਗਤ ਦਾ ਖਿਆਲ ਰੱਖਣ ਵਾਲਾ ਨਾ ਸਮਝੋ। ਕਰਤੇ ਕੀ ਮਿੱਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਕਰਤੇ ਤੋਂ ਭਾਵ ਕਰਤਾਰ ਉਹ ਅਕਾਲ ਪੁਰਖ, ਤੇ ਕੀਆ ਤੋਂ ਭਾਵ ਅਕਾਲ ਪੁਰਖ ਵੱਲੋਂ ਪੈਦਾ ਕੀਤਾ ਹੋਇਆ ਇਨਸਾਨ। ਸੋ ਕਰਤੇ ਕੀ ਮਿੱਤ ਨਾ ਜਾਣੈ ਕੀਆ, ਭਾਵ ਕਿ ਉਸ ਕਰਤਾਰ ਦੀ ਬਜ਼ੁਰਗੀ ਦਾ ਅੰਦਾਜ਼ਾ ਉਸ ਵੱਲੋਂ ਪੈਦਾ ਕੀਤਾ ਹੋਇਆ ਇਨਸਾਨ ਨਹੀਂ ਲਾ ਸਕਦਾ। ਹੇ ਨਾਨਕ, ਜੋ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਇਸ ਜਗਤ ਦੇ ਵਿੱਚ ਵਰਤਦਾ ਹੈ, ਵਾਪਰਦਾ ਹੈ। ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਜਿਸ ਮਨੁੱਖ ਨੇ ਪ੍ਰਭੂ ਦੀ ਬਜ਼ੁਰਗੀ ਨੂੰ ਸਮਝਿਆ ਹੈ ਉਸ ਨੂੰ ਸਵਾਦ ਆਇਆ ਹੈ, ਆਨੰਦ ਆਇਆ ਹੈ, ਤੇ ਉਹ ਉਸ ਪਰਮਾਤਮਾ ਦੀ ਵਡਿਆਈ ਤੱਕ ਕੇ ਬੜੇ ਹੀ ਹੈਰਾਨ ਤੇ ਅਚਰਜ ਹੁੰਦੇ ਹਨ। ਬਿਸਮਨ ਬਿਸਮ ਤੋਂ ਭਾਵ ਹੈਰਾਨ ਹੋਣਾ, ਬਿਸਮਾਦ ਤੋਂ ਭਾਵ ਵੀ ਅਚਰਜ ਹੋਣਾ। ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ। ਪ੍ਰਭੂ ਦੇ ਦਾਸ ਪ੍ਰਭੂ ਦੇ ਪਿਆਰ ਵਿੱਚ ਮਸਤ ਰਹਿੰਦੇ ਹਨ। ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ। ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਉਹ ਨਾਮ ਪਦਾਰਥ ਹਾਸਲ ਕਰ ਲੈਂਦੇ ਹਨ। ਹਾਸਲ ਕਰਕੇ ਉਹ ਨਾਮ ਪਦਾਰਥ ਨੂੰ ਅੱਗੇ ਵੰਡਦੇ ਹਨ। ਓਏ ਦਾਤੇ ਦੁੱਖ ਕਾਟਨਹਾਰ, ਜਾ ਕੈ ਸੰਗ ਤਰੈ ਸੰਸਾਰ। ਗੁਰੂ ਪਾਸੋਂ ਪਰਮਾਤਮਾ ਦਾ ਨਾਮ ਹਾਸਲ ਕਰਕੇ ਉਹ ਮਨੁੱਖ, ਉਹ ਸੇਵਕ ਖੁਦ ਨਾਮ ਦੀ ਦਾਤ ਅੱਗੇ ਵੰਡਦੇ ਹਨ ਤੇ ਜੀਵਾਂ ਦੇ ਦੁੱਖ ਕੱਟਦੇ ਹਨ। ਉਹਨਾਂ ਦੀ ਸੰਗਤ ਕਰਕੇ ਹੋਰ ਜੀਵ ਵੀ ਇਸ ਜਗਤ ਰੂਪੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਇਹੋ ਜਿਹੇ ਸੇਵਕਾਂ ਦਾ ਜੋ ਸੇਵਕ ਬਣਦਾ ਹੈ ਉਹ ਵੱਡੇ ਭਾਗਾਂ ਵਾਲਾ ਹੁੰਦਾ ਹੈ। ਉਹਨਾਂ ਦੀ ਸੰਗਤ ਵਿੱਚ ਰਿਹਾ ਇੱਕ ਅਕਾਲ ਪੁਰਖ ਦੇ ਨਾਲ ਸੁਰਤ ਜੁੜਦੀ ਹੈ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਪ੍ਰਭੂ ਦਾ ਸੇਵਕ ਪ੍ਰਭੂ ਦੇ ਗੁਣ ਗਾਉਂਦਾ ਹੈ, ਉਹਦੀ ਸਿਫਤ ਸਲਾਹ ਕਰਦਾ ਹੈ। ਹੇ ਨਾਨਕ, ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਭੂ ਦਾ ਨਾਮ ਰੂਪੀ ਫਲ ਪਾ ਲੈਂਦਾ ਹੈ। ਪਿਛਲੀ ਅਸ਼ਟਪਦੀ ਦੀ ਤਰ੍ਹਾਂ ਇਸ ਅਸ਼ਟਪਦੀ ਦੇ ਵਿੱਚ ਵੀ ਉਸ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਗਈ ਹੈ, ਉਹਦੇ ਗੁਣ ਗਾਏ ਗਏ ਹਨ। ਸਾਨੂੰ ਇਹ ਸਮਝਾਇਆ ਗਿਆ ਹੈ ਕਿ ਇਹ ਜਗਤ ਰਚਨਾ ਉਸ ਪਰਮਾਤਮਾ ਨੇ ਹੀ ਬਣਾਈ ਹੈ। ਅਸੀਂ ਜੀਵ ਉਹਦੇ ਵੱਲੋਂ ਬਣਾਏ ਹੋਏ ਹਾਂ। ਸੋ ਜਿਵੇਂ ਪਿਓ ਦੇ ਜਨਮ ਨੂੰ ਪੁੱਤਰ ਨਹੀਂ ਸਮਝ ਸਕਦਾ, ਉਸੇ ਪ੍ਰਕਾਰ ਹੀ ਉਹਦੇ ਵੱਲੋਂ ਬਣਾਏ ਹੋਏ ਅਸੀਂ ਜੀਵ ਉਸ ਪਰਮਾਤਮਾ ਦੀ ਰਚਨਾ ਨੂੰ ਨਹੀਂ ਸਮਝ ਸਕਦੇ ਕਿ ਉਹ ਪਰਮਾਤਮਾ ਕਿਵੇਂ ਪੈਦਾ ਹੋਇਆ। ਉਹਦੇ ਵੱਲੋਂ ਬਣਾਏ ਹੋਏ ਇਸ ਜਗਤ ਦਾ ਉਰਲਾ ਪਰਲਾ ਬੰਨਾ ਅਸੀਂ ਨਹੀਂ ਦੇਖ ਸਕਦੇ। ਇਸ ਜਗਤ ਦੀ ਅਸੀਂ ਕੋਈ ਗਿਣਤੀ ਮਿਣਤੀ ਨਹੀਂ ਕਰ ਸਕਦੇ। ਉਹ ਪਰਮਾਤਮਾ ਬਹੁਤ ਵਿਸ਼ਾਲ ਹੈ, ਬਹੁਤ ਗੁਣਵਾਨ ਹੈ, ਬਹੁਤ ਦਾਤਾਰ ਹੈ। ਆਓ ਅਸੀਂ ਆਪਣੀ ਸੁਰਤ ਉਸ ਪਰਮਾਤਮਾ ਦੇ ਨਾਲ ਜੋੜੀਏ। ਮਨੁੱਖਾਂ ਦੇ ਨਾਲੋਂ, ਮਨੁੱਖਾਂ ਦੀ ਦੇਹ ਨਾਲ ਪ੍ਰੇਮ ਕਰਨਾ ਛੱਡੀਏ, ਉਹਨਾਂ ਦੇ ਅੰਦਰ ਵਸਦੇ ਹੋਏ ਪਰਮਾਤਮਾ ਨੂੰ ਪ੍ਰੇਮ ਕਰੀਏ। ਅਜਿਹਾ ਕਰਾਂਗੇ ਤਾਂ ਸਾਨੂੰ ਸਾਰੇ ਹੀ ਜੀਵ ਇੱਕੋ ਜਿਹੇ ਲੱਗਣਗੇ। ਕਿਸੇ ਨਾਲ ਵੀ ਅਸੀਂ ਕੋਈ ਵਿਤਕਰਾ, ਕੋਈ ਭੇਦਭਾਵ ਨਹੀਂ ਕਰਾਂਗੇ। ਅੱਜ ਦੇ ਜ਼ਮਾਨੇ ਦੇ ਵਿੱਚ ਇਸ ਗੱਲ ਦੀ ਬਹੁਤ ਵੱਡੀ ਲੋੜ ਹੈ। ਵੀਡੀਓ ਚੰਗੀ ਲੱਗੀ ਹੋਵੇ ਤੇ ਅੱਗੇ ਜ਼ਰੂਰ ਸ਼ੇਅਰ ਕਰ ਦਿਓ। ਅੰਤ ਤੱਕ ਵੇਖਣ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।